खुशामदीद दोस्तों। दोस्तों, मनुख ਦੇ ਅੰਦਰ ਪਲ ਰਹੇ ਵਿਚਾਰ ਕਦੇ ਆਪਸ ਵਿੱਚ ਭਿੜਦੇ, ਕੁਝ ਅੰਦਰ ਰਹਿ ਜਾਂਦੇ, ਕੁਝ ਬਲਬਲੇ ਬਣ ਫੁੱਟਦੇ, ਕੁਝ ਦਬ ਜਾਂਦੇ ਤੇ ਭਾਂਬੜ ਬਣ ਮਚਦੇ ਤੇ ਅੰਤਰ ਦਵੰਦ ਦਾ ਰੂਪ ਧਾਰਨ ਕਰ ਜਾਂਦੇ। ਕਾਵ ਸਿਰਜਣਾ ਦੀ ਮੈਗਜ਼ੀਨ ਅੰਤਰ ਦਵੰਦ ਉਹਨਾਂ ਵਿਚਾਰਾਂ ਦਾ ਹੀ ਰੂਪ ਹੈ। ਇਸ ਲੜੀਵਾਰ ਮੈਗਜ਼ੀਨ ਦਾ ਅੱਜ ਆਰੰਭ ਕਰਨ ਜਾ ਰਿਹਾ ਹਾਂ। ਪੰਜਾਬੀ ਮਾਂ ਬੋਲੀ ਦੇ ਪੈਰਾਂ ਦੇ ਵਿੱਚ ਇੱਕ ਛੋਟੀ ਜਿਹੀ ਮੇਰੇ ਜਿਹੇ ਤੁੱਛ ਵਿਅਕਤੀ ਵੱਲੋਂ ਭੇਂਟ। ਇਹ ਲੜੀਵਾਰ ਮੈਗਜ਼ੀਨ ਹਫ਼ਤੇ 'ਚ 2 ਜਾਂ 3 ਵਾਰ ਲੈ ਕੇ ਮੈਂ ਤੁਹਾਡੇ ਸੰਗ ਹਾਜ਼ਰ ਹੁੰਦਾ ਰਹਾਂਗਾ। ਹਰ ਅੰਕ ਵਿੱਚ ਮੈਂ 5 ਕਵਿਤਾਵਾਂ ਤੁਹਾਡੇ ਨਾਲ ਸੱਜਰੀਆਂ 5 ਕਵਿਤਾਵਾਂ ਸਾਂਝੀਆਂ ਕਰਦਾ ਰਹਾਂਗਾ ਅਤੇ ਤੁਹਾਡੇ ਪ੍ਰਤੀਕਰਮ ਦਾ ਇੰਤਜ਼ਾਰ ਕਰਦਾ ਰਹਾਂਗਾ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਇਹ ਅੰਤਰਦਵੰਦ ਟੁੱਟੇ ਔਰ ਇਸ ਅੰਤਰਦਵੰਦ ਦੇ ਮੰਥਨ ਤੋਂ ਬਾਅਦ ਕੁਝ ਐਸੇ ਵਿਚਾਰ ਪੈਦਾ ਹੋਣ ਜਿਸ ਨਾਲ ਸਮਾਜ ਦੇ ਵਿੱਚ ਕੁਝ ਸੁਧਾਰ ਆ ਸਕੇ। ਬਹੁਤ ਬਹੁਤ ਧੰਨਵਾਦ। ਮੈਂ ਪਹਿਲੀ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਮੈਂ ਕਸੂਰਵਾਰ ਨਹੀਂ। ਮੈਂ ਕਦ ਇਤਿਹਾਸ ਦੇ ਪੰਨਿਆਂ ਤੇ ਦਰਜ ਹੋਣਾ ਚਾਹੁੰਦਾ ਹਾਂ। ਮੈਂ ਤਾਂ ਰਾਹਾਂ ਦੇ ਕੰਡਿਆਂ ਨੂੰ ਚੁਗ ਚੁਗ ਆਪਣੀ ਤਸ਼ਤਰੀ 'ਚ ਸਜਾਉਣ ਦੀ ਜੁਗਤ 'ਚ ਹਾਂ। ਜੇ ਤਸ਼ਤਰੀ 'ਚ ਧਰੇ ਕੰਡਿਆਂ ਨੇ ਮੂਰਤ ਬਿਨਾ ਇਤਿਹਾਸ ਦੇ ਕੁਝ ਪੰਨੇ ਚੁਰਾ ਲਏ ਹਨ ਤਾਂ ਮੈਂ ਕਸੂਰਵਾਰ ਨਹੀਂ। ਮੈਂ ਕਦ ਚਾਹੁੰਦਾ ਹਾਂ ਮੇਰੇ ਤੋਂ ਬਾਅਦ ਮੇਰਾ ਕੋਈ ਨਾਮ ਲਵੇ, ਜਿਸ ਨੂੰ ਸੁਣਨ ਲਈ ਮੈਂ ਨਹੀਂ ਹੋਵਾਂਗਾ। ਮੈਂ ਤਾਂ ਲਫ਼ਜ਼ਾਂ ਨੂੰ ਬੇਤਰਤੀਬੀ ਦੇ ਆਪਣੀ ਰਮਜ਼ 'ਚ ਖੁਸ਼ ਹਾਂ। ਜੇ ਲਫ਼ਜ਼ ਕਵਿਤਾ ਬਣ ਜਾਣ ਤਾਂ ਮੈਂ ਕਸੂਰਵਾਰ ਨਹੀਂ। ਮੈਂ ਕਦ ਚਾਹਿਆ ਹੈ ਕਿ ਮੇਰੀ ਕੋਈ ਦਾਸਤਾਨ ਲਿਖੇ, ਜਿਸ ਨੂੰ ਪੜ੍ਹਨਾ ਮੇਰਾ ਨਸੀਬ ਨਹੀਂ। ਮੈਂ ਤਾਂ ਆਪਣੀ ਮਸਤੀ 'ਚ ਗੁੰਮ ਹਾਂ। ਜੇ ਮੇਰੀਆਂ ਪੈੜਾਂ ਕਹਾਣੀ ਬਣ ਜਾਣ ਤਾਂ ਮੈਂ ਕਸੂਰਵਾਰ ਨਹੀਂ। ਮੈਂ ਕਦ ਕੋਈ ਰਚਨਾ ਕੀਤੀ ਹੈ, ਮੈਂ ਤਾਂ ਤੰਦਾਂ ਦੀ ਭਾਲ 'ਚ ਉਲਝਿਆ ਪੀਡੀਆਂ ਗੰਢਾਂ ਨੂੰ ਖੋਲ੍ਹਣ 'ਚ ਮਸਰੂਫ ਹਾਂ। ਜੇ ਦਰਿਆ ਵਹਿ ਤੁਰਿਆ ਤਾਂ ਮੈਂ ਕਸੂਰਵਾਰ ਨਹੀਂ। ਮੇਰੀ ਦੂਸਰੀ ਕਵਿਤਾ ਹੈ ਆਪਾਤਕਾਲ, ਭਾਵ ਐਮਰਜੈਂਸੀ। ਇਤਿਹਾਸ ਦੇ ਕੈਨਵਸ ਤੇ ਉਕਰੇ ਕਾਲੇ ਧੱਬੇ ਸਬਕ ਲੈਣ ਲਈ ਹਨ। ਫੋਟੋ ਚਮੜਾ ਕੇ ਕੰਧ ਤੇ ਟੰਗਣ ਲਈ, ਵਾਰ-ਵਾਰ ਭੰਡ ਕੇ ਚੜਾਉਣ ਲਈ, ਮੁਰਦੇ ਉਖਾੜ ਕੇ ਵਖਰੇਵਾਂ ਵਧਾਉਣ ਲਈ ਨਹੀਂ। ਮੈਂ ਹੀ ਮੁਲਜ਼ਮ ਸੀ, ਮੈਂ ਹੀ ਮੁਨਸਿਫ, ਜੱਜ ਵੀ ਮੈਂ ਸੀ, ਵਕੀਲ ਵੀ ਮੈਂ, ਅਖਬਾਰ ਵੀ ਮੈਂ ਸੀ, ਕਾਲੀਆਂ ਕੋਠੜੀਆਂ ਦਾ ਦਰਬਾਨ ਵੀ ਮੈਂ, ਬਿਠਾਇਆ ਵੀ ਮੈਂ ਸੀ, ਲਾਇਆ ਵੀ ਮੈਂ, ਕੀਤਾ ਵੀ ਮੈਂ, ਸਹਿਆ ਵੀ ਮੈਂ, ਕਲਮ ਵੀ ਮੈਂ ਸੀ, ਸਿਆਹੀ ਵੀ ਮੈਂ। ਫਿਰ ਮੈਂ ਇਹਨੂੰ ਸ਼ਿੰਗਾਰਨ ਦਾ ਪਖੰਡ ਕਿਉਂ। ਅਸਾਂ ਰਲ ਕੇ ਤਾਂ ਸਿਰਜੀ ਸੀ ਨਵੀਂ ਇਮਾਰਤ। ਇੱਟਾਂ ਵੀ ਸਾਡੀਆਂ ਸਨ ਤੇ ਗਾਰਾ ਵੀ। ਸਾਜਕ ਵੀ ਅਸੀਂ ਸੀ ਤੇ ਸਾਧਕ ਵੀ। ਆਪੇ ਹੀ ਬੰਨੇ ਸਨ ਪੈਰਾਂ 'ਚ ਘੁੰਗਰੂ, ਆਪ ਹੀ ਬੰਨੀਆਂ ਸਨ ਪਿੰਡੇ ਤੇ ਜੰਜੀਰਾਂ। ਜ਼ਖਮਾਂ ਦੀ ਟੀਸ ਵੀ ਮੇਰੀ ਸੀ, ਦਵਾ ਵੀ ਮੇਰੀ, ਫਿਰ ਦਰਦ ਦੀ ਭੱਡੀ ਕਿਉਂ। ਸਮੇਂ ਦਾ ਕਾਲਖੰਡ ਮੈਂ ਹੀ ਤਾਂ ਵੰਡਿਆ ਤੇ ਭਰਮ ਪਾਲਿਆ ਸਮੇਂ ਨੂੰ ਬੰਨ੍ਹ ਲੈਣ ਦਾ। ਉਹ ਭੂਤਕਾਲ ਸੀ ਜਾਂ ਵਰਤਮਾਨ, ਆਪਣੀ ਰੌਂ 'ਚ ਵਹਿੰਦਾ ਗਿਆ। ਜਦ ਵੀ ਦਰਦ ਦੀ ਟੀਸ ਉੱਠੀ ਉਹ ਆਪਾਤਕਾਲ ਹੀ ਤਾਂ ਸੀ। ਤੀਸਰੀ ਕਵਿਤਾ ਹੈ ਇਹ ਮੈਂ ਹੀ ਸੀ। ਹਵਾਵਾਂ ਦੀ ਆਹਟ ਇਸ਼ਾਰਾ ਤਾਂ ਕਰਦੀ ਸੀ ਤੇਰੇ ਆਉਣ ਦਾ। ਇਹ ਮੈਂ ਹੀ ਸੀ ਕਿ ਸੁਣ ਸਕਦਿਆਂ ਵੀ ਸੁਣ ਨਾ ਸਕਿਆ। ਲਹਿੰਦੇ ਸੂਰਜ ਦੀ ਲਾਲੀ ਆਪਣੇ ਸੁਰਖ ਰੰਗ ਨਾਲ ਦਿਨ ਦੇ ਗੁਜ਼ਰ ਜਾਣ ਦਾ ਦਮ ਤਾਂ ਭਰਦੀ ਸੀ। ਇਹ ਮੈਂ ਹੀ ਸੀ ਕਿ ਆਪਣੀ ਧੁਨ ਵਿੱਚ ਦਿਨ ਰਾਤ ਦਾ ਫਰਕ ਨਾ ਕਰ ਸਕਿਆ। ਪੰਛੀਆਂ ਦਾ ਸ਼ੋਰ ਭੋਰ ਦਾ ਸੰਗੀਤ ਬਣ ਨਵੇਂ ਯੁੱਗ ਦੇ ਆਮਦ ਦਾ ਸੰਕੇਤ ਤਾਂ ਕਰ ਰਿਹਾ ਸੀ। ਇਹ ਮੈਂ ਹੀ ਸੀ ਕਿ ਕਾਵਾਂ ਰੌਲੀ ਸਮਝ ਆਪਣੇ ਅੰਦਰ ਹੀ ਵੜਿਆ ਰਿਹਾ। ਪੱਤਿਆਂ ਦੀ ਖੜਖੜ ਬਹੁਤ ਕੁਝ ਕਹਿੰਦੀ ਸੀ ਤੂਫਾਨਾਂ ਦੇ ਆਵੇਗ ਬਾਰੇ। ਇਹ ਮੈਂ ਹੀ ਸੀ ਕਿ ਘਰ ਦੇ ਬੂਹੇ ਤੇ ਖੜੋ ਤੂਫਾਨ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ। ਕਾਇਨਾਤ ਦੀ ਚੁੱਪ ਮੇਰੇ ਅੰਦਰਲੀ ਮੈਂ ਨੂੰ ਬਾਹਰ ਕੱਢਣ ਲਈ ਆਵਾਜ਼ ਤਾਂ ਦੇ ਰਹੀ ਸੀ। ਇਹ ਮੈਂ ਹੀ ਸੀ
ਕਿ ਵਾਵਰੋਲਿਆਂ ਦੀ ਬਣਤਰ ਨੂੰ ਪਛਾਣ ਨਾ ਸਕਿਆ। ਮੰਦਰਾਂ 'ਚ ਵੱਜਦੇ ਟੱਲ ਮੇਰੇ ਗੁਨਾਹਾਂ ਦੀ ਪੀੜ ਬਿਆਨ ਕਰ ਰਹੇ ਸਨ। ਇਹ ਮੈਂ ਹੀ ਸੀ ਕਿ ਸੁਰ ਝੁਕਾਏ ਗੁਨਾਹ ਤੇ ਗੁਨਾਹ ਕਰੀ ਜਾ ਰਿਹਾ ਸਾਂ। ਜੰਗਲ 'ਚ ਲੱਗੀ ਅੱਖ ਕਾਲੀ ਹਨੇਰੀ ਰਾਤ ਨੂੰ ਚੀਰ ਅਸਮਾਨ ਵੱਲ ਵੱਧ ਰਹੀ ਸੀ। ਇਹ ਮੈਂ ਹੀ ਸੀ ਕਿ ਤਮਾਸ਼ਬੀਨ ਬਣ ਕੋਠੇ ਤੇ ਖੜੋ ਮੇਰੇ ਘਰ ਦੇ ਬੂਹੇ ਤੇ ਦਸਤਕ ਦੇਣ ਦੀ ਟੋਹ ਵਿੱਚ ਸਾਂ। ਅਖਬਾਰ 'ਚ ਛਪੀਆਂ ਸੁਰਖੀਆਂ ਜ਼ੁਲਮ ਦੇ ਇਤਿਹਾਦ ਦੀਆਂ ਕਹਾਣੀਆਂ ਬਿਆਨ ਕਰ ਰਹੀਆਂ ਸਨ। ਇਹ ਮੈਂ ਹੀ ਸੀ ਕਿ ਕਿਸੇ ਮਸੀਹੇ ਦੇ ਪੈਦਾ ਹੋਣ ਦੀ ਉਡੀਕ ਵਿੱਚ ਸਾਂ। ਮੇਰੀ ਚੌਥੀ ਕਵਿਤਾ ਹੈ ਸਹਿਜ ਤੇ ਤਕੱਲੁਫ। ਉਸਨੇ ਸਹਿਜ ਹੀ ਪੁੱਛਿਆ, ਕਿਵੇਂ ਹੋ? ਜਵਾਬ ਬੜਾ ਤਕੱਲੁਫ ਭਰਿਆ ਸੀ, ਠੀਕ ਹੈ। ਤਕੱਲੁਫ ਸਹਿਜ ਹੇਠ ਦਬ ਗਿਆ, ਖੜੋ ਗਿਆ, ਇੰਤਜ਼ਾਰ ਕਰਨ ਲੱਗਾ। ਸਹਿਜ ਵਹਿ ਤੁਰਿਆ ਵਗਦੇ ਪਾਣੀਆਂ ਵਾਂਗ, ਆਪਣੇ ਨਾਲ ਵਹਾ ਕੇ ਲੈ ਗਿਆ ਜਿਉਣ ਦੇ ਸੱਚੇ ਮੋਤੀ, ਮੋਹ ਭਿੱਜੀਆਂ ਸਿੱਪੀਆਂ, ਸੰਗੀਤ ਵਜਾਉਂਦੇ ਸ਼ੰਖ ਅਤੇ ਹੋਰ ਬਹੁਤ ਕੁਝ। ਤਕੱਲੁਫ ਉੱਥੇ ਹੀ ਖੜੋ ਸਹਿਜ ਦੇ ਮੁੜ ਆਉਣ ਦੀ ਉਡੀਕ ਕਰਨ ਲੱਗਾ। ਅਣਭੂਲ ਬਿਨਾਂ ਸੋਚੇ ਵਗਦੇ ਪਾਣੀ ਮੁੜੇ ਕਦੇ ਵਾਪਸ ਨਹੀਂ ਆਉਂਦੇ। ਤਕੱਲੁਫ ਅੱਜ ਵੀ ਗਮਗੀਨ ਹੈ, ਡੂੰਘੀ ਸੋਚ ਅਧੀਨ ਹੈ। ਖੁੱਲ੍ਹ ਕੇ ਜਿਉਣ ਲਈ ਕਦ ਤੱਕ ਤਕੱਲੁਫ ਦੀ ਪੰਡ ਚੁੱਕੀ ਸਹਿਜ ਦਾ ਭੋਗ ਪਾਉਂਦੇ ਰਹੋਗੇ? ਆਦ ਵੀ ਸਹਿਜ ਹੈ, ਅਨੰਤ ਵੀ ਸਹਿਜ ਹੈ, ਫਿਰ ਜਿਉਣਾ ਤਕੱਲੁਫ ਕਿਉਂ? ਮੇਰੀ ਪੰਜਵੀਂ ਇਸ ਅੰਕ ਦੀ ਕਵਿਤਾ ਹੈ ਬਰਸਾਤ ਤੋਂ ਬਾਅਦ। ਮੇਰੇ ਘਰ ਦੀ ਸਿਖਰ ਤੋਂ ਨਜ਼ਰ ਆਉਂਦੀ ਅਸਮਾਨ ਤੇ ਪਈ ਸਤਰੰਗੀ ਪੀਂਘ, ਕੁਦਰਤ ਦਾ ਸ਼ਿੰਗਾਰ ਕਰਦੀ, ਫਿਰ ਸਵਾਲ ਕਰਦੀ, ਕੀ ਸੁੱਖ ਸਾਂਦ ਹੈ ਬਰਸਾਤ ਤੋਂ ਬਾਅਦ? ਕਾਇਨਾਤ ਦੇ ਹਿੱਸੇ ਵੰਡੇ ਨਜ਼ਰ ਆਉਂਦੇ, ਅਸਮਾਨ ਸਾਫ਼ ਤੇ ਨੀਲਾ, ਬਿਰਖ ਤੋਤੇ ਤੇ ਹਰਿਆਵਲ ਭਰੇ, ਧਰਤ ਖਿੰਡੀ ਹੋਈ, ਸੈਲਾਬ 'ਚ ਡੁੱਬਦੇ ਪਸ਼ੂ ਅਤੇ ਮਾਨਸ, ਮੀਂਹ 'ਚ ਭਿੱਜੀਆਂ ਤੇ ਗੜੁੱਚ ਕੰਮੀਆਂ ਦੀਆਂ ਝੁੱਗੀਆਂ, ਹੱਥਾਂ ਨਾਲ ਵਿਹੜੇ 'ਚੋਂ ਪਾਣੀ ਬਾਹਰ ਧਕੇਲਦੀਆਂ ਸੁਆਣੀਆਂ, ਮਨੁੱਖ ਦੀ ਤਰੱਕੀ ਦੀ ਬਾਤ ਪਾਉਂਦੀਆਂ। ਕਿਹੜਾ ਕੌਤਕ ਵਾਪਰਦਾ ਹੈ ਬਰਸਾਤ ਤੋਂ ਬਾਅਦ? ਸੜਕ ਤੇ ਬਣੇ ਸੈਲਾਬ ਨੂੰ ਚੀਰ ਕੇ ਲੰਘਦੀ ਬਾਬੂ ਦੀ ਵੱਡੀ ਕਾਰ, ਸਾਈਕਲ ਤੇ ਲੰਘਦੇ ਕੰਮੀ ਤੇ ਬਛਾੜ ਕਰ ਵਿਕਾਸ ਦਾ ਰਿਪੋਰਟ ਕਾਰਡ ਪੇਸ਼ ਕਰਦੀ, ਪਾਟੇ ਤੇ ਗਿੱਲੇ ਝੱਗੇ ਨੂੰ ਉਤਾਰ, ਮੂੰਹ ਨੂੰ ਪੂੰਝਦਾ ਰਾਹਗੀਰ ਸਾਈਕਲ ਸੰਭਾਲ, ਪਹਿਲਾਂ ਬੁੜਬੁੜ ਕਰਦਾ ਫਿਰ ਚੁੱਪਚਾਪ ਤੁਰ ਪੈਂਦਾ। ਕਿਹੜੇ ਦੁੱਧ ਤੇ ਪਾਣੀ ਦਾ ਹਿਸਾਬ ਹੁੰਦਾ ਹੈ ਬਰਸਾਤ ਤੋਂ ਬਾਅਦ? ਚਿੱਕੜ ਬਣੇ ਕੂੜੇ ਦੇ ਢੇਰਾਂ ਨੂੰ ਫਰੋਲਦੇ, ਖਾਨਾ ਬਦੋਸ਼ਾਂ ਦੇ ਨਿੱਕੇ ਨਿੱਕੇ ਜਵਾਕ ਪਲਾਸਟਿਕ ਇਕੱਠੀ ਕਰ ਭੁੱਖ ਦਾ ਜੁਗਾੜ ਕਰਦੇ, ਕਦੇ ਕਦੇ ਦਲਦਲ 'ਚ ਧੱਸ ਜਾਂਦੇ, ਮਰ ਜਾਂਦੇ, ਖਬਰ ਵੀ ਨਾ ਬਣਦੇ। ਚੰਗੇ ਦਿਨਾਂ ਦੀ ਆਸ 'ਚ ਸ਼ੀਸ਼ਾ ਚਮਕਦਾ ਤੇ ਸਾਫ਼ ਹੋ ਜਾਂਦਾ ਹੈ ਬਰਸਾਤ ਤੋਂ ਬਾਅਦ। ਸਤਰੰਗੀ ਪੀਂਘ ਮੇਰੇ ਘਰ ਤੋਂ ਤੇ ਕੰਮੀਆਂ ਦੀ ਝੁੱਗੀ ਤੋਂ ਇੱਕੋ ਜਿਹੀ ਨਜ਼ਰ ਆਉਂਦੀ, ਰੰਗਾਂ ਦਾ ਵੀ ਕੋਈ ਫਰਕ ਨਜ਼ਰ ਨਾ ਆਉਂਦਾ, ਮਨ ਦੇ ਸਵਾਲਾਂ ਨੂੰ ਝੰਜੋੜਦਾ। ਕਿਹੜੇ ਨਿਜ਼ਾਮ ਦੀ ਕਰਾਮਾਤ ਹੈ, ਸਭ ਕੁਝ ਕਿਵੇਂ ਬਿਖਰ ਜਾਂਦਾ ਹੈ ਬਰਸਾਤ ਤੋਂ ਬਾਅਦ? ਬਹੁਤ ਬਹੁਤ ਸ਼ੁਕਰੀਆ ਦੋਸਤੋ, ਤੁਹਾਡੇ ਪ੍ਰਤੀਕਰਮਾਂ ਦਾ ਇੰਤਜ਼ਾਰ ਰਹੇਗਾ, ਕਿਉਂਕਿ ਇਹ ਕਾਵਿ ਲੜੀ ਅੰਤਰਦਵੰਦ ਕੇਵਲ ਮੇਰੇ ਮਨ ਦਾ ਅੰਤਰਦਵੰਦ ਨਹੀਂ ਹੈ, ਸ਼ਾਇਦ ਹਰ ਮਨੁੱਖ ਦੇ ਮਨ ਦਾ ਅੰਤਰਦਵੰਦ ਹੈ। ਜਿਸ ਅੰਤਰਦਵੰਦ ਦੇ ਚੱਕਰ ਵਿਊਹ ਨੂੰ ਤੋੜਨਾ, ਮੈਂ ਸਮਝਦਾ ਹਾਂ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਅਗਲੇ ਅੰਕ ਲਈ ਬਹੁਤ ਜਲਦ ਮਿਲਾਂਗੇ। ਬਹੁਤ ਬਹੁਤ